सत श्री अकाल, तुसीं बने होए हो द टीवी NRI दे नाल ते मैं हां तुहाडे नाल मुक्ता। मॉर्निंग बुलेटिन दी शुरुआत करदे हां अज दीयां खास खबरां दे नाल। पहला नज़र मार लैने इन्हां सुर्खियां ते। भारतीय किसान यूनियन क्रांतिकारी ਵੱਲੋਂ 1984 ਦੇ ਸਾਕਾ ਨੀਲਾ ਤਾਰਾ ਦੇ ਵਿਰੋਧ 'ਚ ਕੀਤਾ ਗਿਆ ਰੋਸ ਪ੍ਰਦਰਸ਼ਨ। 1984 ਘੱਲੂਘਾਰੇ 'ਚ ਸ਼ਹੀਦ ਹੋਏ ਸਿੰਘਾਂ ਦੀ ਯਾਦ 'ਚ ਕਿਰਤੀ ਕਿਸਾਨ ਮੋਰਚਾ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਕੱਢਿਆ ਕੈਂਡਲ ਮਾਰਚ। ਬਠਿੰਡਾ ਦੇ ਰਿਹਾਇਸ਼ੀ ਇਲਾਕੇ 'ਚ ਬਣੇ ਕਚਰਾ ਪਲਾਂਟ ਨੂੰ ਲੱਗੀ ਭਿਆਨਕ ਅੱਗ। बरगाड़ी कांड नूं लै सिख जथेबंदियां खोलणगियां मोर्चा। शरेआम चल रहा सी नजायज माइनिंग दा गोरख धंधा, माइनिंग माफिया नूं नहीं रहा कार्रवाई दा डर। हुण नज़र मार लैंदे कुछ विस्तार दे नाल इन्हां खबरां ते। भारतीय किसान यूनियन ਵੱਲੋਂ 1984 ਦੇ ਵਿੱਚ ਹੋਏ ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ 37 ਸਾਲ ਬੀਤ ਜਾਣ ਤੋਂ ਬਾਅਦ ਵੀ ਇਸ ਘੱਲੂਘਾਰੇ ਨੂੰ ਨਹੀਂ ਭੁਲਾਇਆ ਜਾ ਸਕਿਆ। उन्होंने कहा कि सरकार शुरू तो ही घट गिनती वाले लोगों को अपना निशाना बनाती है। उन्होंने कहा कि केंद्र सरकार जल्द ही श्री दरबार साहब ते श्री अकाल तख्त साहब तो इस हमले की माफ़ी मंगे। तो उन्होंने यह भी कहा कि किसानों के विरोध में जोड़े बिल जारी किए गए हैं उन्होंने तुरंत रद्द किया जाए। ਘੱਲੂਘਾਰਾ ਹਫ਼ਤੇ ਨੂੰ ਲੈ ਕੇ ਜਿੱਥੇ ਧਾਰਮਿਕ ਸਮਾਗਮ ਚੱਲ ਰਹੇ ਨੇ ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ 1984 ਦੇ ਸਾਕਾ ਨੀਲਾ ਤਾਰਾ ਦੇ ਵਿਰੋਧ 'ਚ ਗੁਰਦਾਸਪੁਰ ਦੇ ਕਸਬਾ ਕਾਦੀਆਂ ਵਿਖੇ ਕੇਂਦਰ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ 37 ਸਾਲ ਬੀਤ ਜਾਣ ਤੋਂ ਬਾਅਦ ਵੀ ਅੱਜ ਸਾਕਾ ਨੀਲਾ ਤਾਰਾ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਉਹਨਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਘੱਟ ਗਿਣਤੀ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਅੱਜ ਵੀ ਵਰਤਮਾਨ 'ਚ ਸੱਤਾ 'ਚ ਬੈਠੀ ਭਾਜਪਾ ਦੀ ਕੇਂਦਰ ਸਰਕਾਰ ਵੀ ਘੱਟ ਗਿਣਤੀਆਂ ਦੇ ਜ਼ਬਰ ਢਾ ਰਹੀਆਂ ਹਨ ਅਤੇ ਉਹਨਾਂ ਨੂੰ ਨਿਸ਼ਾਨਾ ਬਣਾ ਰਹੀਆਂ ਨੇ। ਇਸ ਮੌਕੇ ਤੇ ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਨੇ ਮੰਗ ਰੱਖੀ ਕਿ ਕੇਂਦਰ ਸਰਕਾਰ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਗਏ ਹਮਲੇ ਦੀ ਮੁਆਫੀ ਮੰਗੇ। ਉੱਥੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਾਨੂੰਨ ਠਹਿਰਾਉਂਦੇ ਹੋਏ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਰੱਖੀ ਹੈ। ਮੈਂ ਡਾਕਟਰ ਸ਼ੁਭ ਭਰਤੀ ਆ, ਮੈਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦਾ ਸੂਬਾ ਪ੍ਰੈਸ ਸਕੱਤਰ ਆ। ਅੱਜ ਦੀਆਂ ਮੰਗਾਂ ਸਾਡੀਆਂ ਲਰੋਲ ਅਸੀਂ ਇਸ ਮਸਲੇ ਦੇ ਉੱਤੇ ਪ੍ਰੋਗਰਾਮ ਕਰ ਰਹੇ ਹਾਂ। ਸਾਡੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਲੋਕ ਸੰਗਰਾਮ ਮੋਰਚਾ ਵੱਲੋਂ ਇਹ ਸਾਂਝਾ ਸੱਦਾ ਆ ਕਿ ਅੱਜ 6 ਜੂਨ ਜਿਹੜਾ 37 ਸਾਲ ਹੋ ਗਏ ਆ ਦਰਬਾਰ ਸਾਹਿਬ ਦੇ ਉੱਤੇ ਹਮਲੇ ਹੋਏ ਨੇ। ਇਹਨਾਂ 37 ਸਾਲਾਂ ਦੇ ਵਿੱਚ ਬਹੁਤ ਕੁਝ ਵਾਪਰ ਚੁੱਕਾ। ਇੱਥੋਂ ਦੀ ਕੇਂਦਰ ਸਰਕਾਰ ਇੰਨੀ ਢੀਠ ਹੈ, ਇਹਨੇ ਅਹਿਸਾਸ ਤੱਕ ਨਹੀਂ ਕੀਤਾ ਵੀ ਉਹ ਹਮਲਾ ਗਲਤ ਸੀ। ਅਸੀਂ ਕਹਿੰਦੇ ਆ ਉਸ ਹਮਲੇ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਮੁਆਫੀ ਮੰਗੇ। ਅੱਜ ਕਾਂਗਰਸ ਦੇ ਨਾਲੋਂ ਵੀ ਵੱਧ ਖਤਰਨਾਕ ਹਾਲਾਤ ਇਸ ਕਰਕੇ ਹਿੰਦੁਸਤਾਨ 'ਚ ਪੈਦਾ ਹੋ ਗਏ ਆ ਕਿ ਭਾਜਪਾ ਦੀ ਫਾਸ਼ੀਵਾਦੀ ਮੋਦੀ ਸਰਕਾਰ ਜਿਹਨੂੰ ਪਿੱਛੋਂ RSS ਚਲਾਉਂਦੀ ਆ ਉਹਦੇ ਹੋਂਦ ਵਿੱਚ ਆ ਚੁੱਕੀ ਹੈ। ਉਹਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਸਮੁੱਚੇ ਭਾਰਤ ਦੀਆਂ ਧਾਰਮਿਕ ਘੱਟ ਗਿਣਤੀਆਂ ਮੁਸਲਮਾਨ ਭਾਈਚਾਰੇ ਨੂੰ ਉਹਨਾਂ ਨੇ ਪਹਿਲੇ ਨੰਬਰ ਤੇ ਰੱਖਿਆ, ਈਸਾਈਆਂ ਨੂੰ ਦੂਜੇ ਨੰਬਰ ਤੇ ਰੱਖਿਆ, ਸਿੱਖਾਂ ਨੂੰ ਤੀਜੇ ਨੰਬਰ ਤੇ ਰੱਖਿਆ ਤੇ ਦਲਿਤ ਆਦੀਵਾਸੀ ਜਿਹੜੇ ਉਹ ਲਗਾਤਾਰ ਉਹਨਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਆ। ਸਾਡਾ ਇਹ ਕਹਿਣਾ ਆ ਕਿ ਇਹ ਭਾਰਤ ਜਿਹੜਾ ਇਹ ਸਰਬ ਕੌਮੀ, ਬਹੁਤ ਧਰਮੀ ਤੇ ਬਹੁਤ ਜਿਹੜਾ ਉਹਦਾ ਸੱਭਿਆਚਾਰ ਹੈ, ਬਹੁਤ ਕਿਸਮ ਦੇ ਵਖਰੇਵੇਂ ਵਾਲਾ ਦੇਸ਼ ਹੈ। ਇਸ ਕਰਕੇ ਇਸ ਭਾਰਤ ਨੂੰ ਭਾਰਤ ਰਹਿਣ ਦਿੱਤਾ ਜਾਏ। ਉਹਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਨਾਂ ਦੇ ਉੱਤੇ ਉਹਦੇ ਟੁਕੜੇ ਨਾ ਕੀਤੇ ਜਾਣ। ਇਹ ਸਰਕਾਰ ਲਗਾਤਾਰ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਕੇਂਦਰ ਸਰਕਾਰ ਨੇ। ਉਸ ਵੇਲੇ ਬਹੁਤ ਸਾਰੇ ਹੋਰ ਤਰੀਕੇ ਲੱਭੇ ਜਾ ਸਕਦੇ ਸੀ। ਮੁੜ ਕੇ ਬਾਬਰੀ ਮਸਜਿਦ ਨੂੰ ਸ਼ਹੀਦ ਕੀਤਾ, ਬਾਰਾਬੰਕੀ ਦੀ ਮਸਜਿਦਾਂ ਸ਼ਹੀਦ ਕੀਤੀਆਂ। ਹੁਣ ਜਿਹੜਾ ਮੋਦੀ ਹਾਕਮ ਦਿੱਲੀ ਦੇ ਵਿੱਚ ਸੈਂਟਰਲ ਵਿਸਟਾ ਬਣਾਉਣਾ ਚਾਹੁੰਦਾ, ਜਿਹੜਾ ਕਹਿੰਦਾ ਵੀ ਮੇਰੇ ਸੁਪਨਿਆਂ ਦਾ ਮਹੱਲ ਬਣਨਾ ਹੈ, ਜਿਹੜਾ ਇਹ ਕਹਿੰਦਾ ਸੀ ਮੈਂ ਸੰਨਿਆਸੀ ਆ, ਧੋਤੀ ਪਹਿਨ ਕੇ ਆਇਆ ਹੂੰ, ਧੋਤੀ ਪਹਿਨ ਕੇ ਚਲਾ ਜਾਊਂਗਾ। ਅੱਜ ਉਹ ਮਹੱਲ ਬਣਾਉਣ ਰਿਹਾ ਤੇ ਉਸ ਮਹੱਲ ਦੇ ਘੇਰੇ ਦੇ ਵਿੱਚ ਆਉਂਦੀਆਂ ਜਿਹੜੀਆਂ ਮਸਜਿਦਾਂ ਨੇ ਉਹਨਾਂ ਨੂੰ ਢਾਇਆ ਜਾ ਰਿਹਾ ਜਾਂ ਢਾਤਾ ਜਾਊਗਾ ਇੱਕ ਅੱਧੇ ਦਿਨ ਦੇ ਵਿੱਚ। ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਹਾਂ। ਭਾਈ ਤੁਸੀਂ ਚੁਣ ਕੇ ਕਦੀ ਮੁਸਲਮਾਨਾਂ ਦੇ ਹਮਲੇ, ਕਦੀ ਸਿੱਖਾਂ ਦੇ ਹਮਲੇ, ਕਦੀ ਈਸਾਈਆਂ ਦੇ ਹਮਲੇ ਤੇ ਬਹੁਤ ਵੱਡਾ ਹਮਲਾ ਜਿਹੜਾ ਉਹ ਆਦੀਵਾਸੀ ਲੋਕਾਂ ਦੇ ਤੁਸੀਂ ਅੱਗੇ ਹੀ ਵੱਢਿਆ ਆ। ਇਸ ਕਰਕੇ ਅਸੀਂ ਕਹਿੰਦੇ ਵੀ ਭਾਰਤ ਜਿਹੜਾ ਇਹ ਕਹਿਣ ਨੂੰ ਧਰਮ ਨਿਰਪੱਖ ਹੈ, ਇਹਦੇ ਸੰਵਿਧਾਨ 'ਚ ਧਰਮ ਨਿਰਪੱਖ ਲਫ਼ਜ਼ ਪਾਇਆ, ਪਰ ਭਾਰਤ ਧਰਮ ਨਿਰਪੱਖ ਕਦੀ ਨਹੀਂ ਰਿਹਾ। ਆਜ਼ਾਦੀ ਤੋਂ ਤੁਰੰਤ ਬਾਅਦ ਕੇਂਦਰ ਦੀ ਆਪਾਛਾ ਜਿਹੜੀ ਸਰਕਾਰ ਸੀ ਉਹਨੇ ਘੱਟ ਗਿਣਤੀਆਂ ਨੂੰ ਦਬਾਉਣਾ ਸ਼ੁਰੂ ਕਰਤਾ ਤੇ ਹੁਣ ਉਹਦਾ ਸਿਖਰ ਹੋ ਗਿਆ ਜਦੋਂ ਫਾਸ਼ੀਵਾਦੀ ਮੋਦੀ ਸਰਕਾਰ ਹੋਂਦ ਚ ਆ ਗਈ ਆ। ਇਸ ਕਰਕੇ ਹਾਲਾਤ ਖਤਰਨਾਕ ਨੇ। ਅਸੀਂ ਅੱਜ ਇਹ ਰੋਸ ਪ੍ਰਗਟ ਕਰਨ ਦੇ ਨਾਲ ਸਮੂਹ ਧਾਰਮਿਕ ਘੱਟ ਗਿਣਤੀਆਂ ਨੂੰ, ਸਮੂਹ ਕਿਰਤੀ ਲੋਕਾਂ ਨੂੰ, ਸਮੂਹ ਦਲਿਤ ਭਾਈਚਾਰੇ ਨੂੰ, ਸਮੂਹ ਆਦੀਵਾਸੀ ਲੋਕਾਂ ਨੂੰ, ਹੋਰ ਜਿਹੜੇ ਕਿਰਤ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਕਹਿੰਦੇ ਭਾਈ ਆਪਣਾ ਇੱਕ ਸਾਂਝਾ ਪਲੇਟਫਾਰਮ ਬਣਾਓ। ਸੁਖਵਿੰਦਰ ਸਿੰਘ ਹੈ ਜੀ। ਅੱਜ ਦਾ ਮੇਨ ਮੁੱਦਾ ਇਹੋ ਹੀ ਹੈ ਕਿ ਜਿਸ ਤਰ੍ਹਾਂ
ਕੇਂਦਰ ਸਰਕਾਰ ਜਿਹੜੀ ਆ ਕੋਈ ਵੀ ਹੋਏ ਉਹ ਜਿਹੜੀ ਆ ਘੱਟ ਗਿਣਤੀਆਂ ਨਾਲ ਜਿਹੜਾ ਉਹ ਧੱਕਾ ਕਰਦੇ ਆ। ਅੱਜ ਦਾ ਸਾਡਾ ਮੇਨ ਜਿਹੜਾ ਹੈਗਾ ਪ੍ਰੋਗਰਾਮ ਉਹ ਇਹ ਆ ਕਿ ਜਿਹੜਾ ਦਰਬਾਰ ਸਾਹਿਬ ਤੇ 84 ਦੇ ਦੰਗੇ ਹੋਏ ਆ ਉਹਦੇ ਵਿਰੋਧ ਦੇ ਵਿੱਚ ਸਾਰੇ ਜਿਹੜੇ ਆ ਸੰਯੁਕਤ ਮੋਰਚੇ ਵੱਲੋਂ ਤੇ ਸਾਡੇ ਵੱਲੋਂ ਇਹ ਮੰਗ ਆ ਕਿ ਕੇਂਦਰ ਸਰਕਾਰ ਜਿਹੜੀ ਆ ਉਹ ਮਾਫੀ ਮੰਗੇ ਤੇ ਇਹਦੇ ਨਾਲ ਕੀ ਆ, ਜੇ ਗਲਤੀ ਕੀਤੀ ਆ ਤੇ ਉਹਦੀ ਮਾਫੀ ਮੰਗਣੀ ਚਾਹੀਦੀ ਆ। ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਘੱਟ ਗਿਣਤੀਆਂ ਜਿਹੜੀਆਂ ਸਾਡੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਭਾਰਤ ਧਰਮ ਨਿਰਪੱਖ ਕਹਿੰਦੇ ਨੇ ਅਸਲੀ ਕਾਗਜ਼ਾਂ ਦੇ ਵਿੱਚ ਇਹ ਹੋ ਗਿਆ, ਅਸਲੀ ਤੌਰ ਤੇ ਹੋਵੇ ਤੇ ਸਾਡੇ ਜਿਹੜੇ ਸਾਰੇ ਭੈਣ ਭਰਾ ਵਾ ਸਿੱਖ ਈਸਾਈ ਸਾਰੇ ਜਿਹੜੇ ਆ ਉਹ ਚੰਗੀ ਤਰ੍ਹਾਂ ਆਪਣਾ ਜੀਵਨ ਜਿਹੜਾ ਵਾ ਉਹ ਬਸਰ ਕਰਨ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਦਾ ਟੀਵੀ NRI। ਹੁਣ ਰੁਕ ਕਰਦੇ ਹਾਂ ਅਗਲੀ ਖਬਰ ਵੱਲ ਨੂੰ। 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦੇ ਵਿੱਚ ਮਾਰੇ ਗਏ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਵੱਖ-ਵੱਖ ਸਿੱਖ ਜਥੇਬੰਦੀਆਂ, ਕਿਰਤੀ ਕਿਸਾਨ ਮੋਰਚਾ ਤੇ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਉਹਨਾਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜੂਨ 1984 ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੋਏ ਹਮਲੇ 'ਚ ਸ਼ਹੀਦ ਹੋਏ ਹਜ਼ਾਰਾਂ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਘੱਲੂਘਾਰਾ ਦਿਵਸ ਤੇ ਰੂਪਨਗਰ ਦੇ ਵਿੱਚ ਕਿਰਤੀ ਕਿਸਾਨ ਮੋਰਚਾ ਤੇ ਵੱਖ-ਵੱਖ ਸਿੱਖ ਸੰਸਥਾਵਾਂ ਤੇ ਨੌਜਵਾਨਾਂ ਦੇ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਕੈਂਡਲ ਮਾਰਚ ਕੱਢ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਤੇ ਕਿਰਤੀ ਕਿਸਾਨ ਮੋਰਚੇ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਕੈਂਡਲ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿੰਡ ਮੇਰਾ ਲਾਡਲਾ, ਅਸੀਂ ਕਿਸੇ ਪਾਰਟੀ ਤੋਂ ਸੰਬੰਧ ਨਹੀਂ ਕਰਦੇ, ਅਸੀਂ ਸਿਰਫ ਕਿਸਾਨੀ ਦੇ ਨਾਲ ਆ। ਅਸੀਂ ਅੱਜ ਇੱਥੇ ਕੈਂਡਲ ਮਾਰਚ ਕੱਢਿਆ ਜਿਹੜੀ ਆਪਣੀ 84 ਦੇ ਉੱਤੇ ਹੋਇਆ ਘੱਲੂਘਾਰਾ ਹੋਇਆ, ਬਲੂ ਸਟਾਰ ਆਪਰੇਸ਼ਨ ਕੀਤਾ ਕਾਂਗਰਸ ਪਾਰਟੀ ਸਰਕਾਰ ਵੱਲੋਂ। ਠੀਕ ਹੈ ਜੀ, ਜ਼ਾਲਮ ਸਰਕਾਰਾਂ ਨੇ ਸਾਡੇ ਉੱਥੇ ਸ਼ਹੀਦ ਕੀਤੇ ਜਿਹੜੇ ਬੇਕਸੂਰ ਸਿੰਘ ਸ਼ਹੀਦ ਕੀਤੇ ਆ, ਉਹਨਾਂ ਦੇ ਸੰਬੰਧ ਵਿੱਚ ਅਸੀਂ ਇੱਥੇ ਕੈਂਡਲ ਮਾਰਚ ਕੱਢਿਆ ਹੈ। ਅੱਜ ਜੋ 84 ਦੇ ਵਿੱਚ ਸ਼ਹੀਦ ਕੀਤੇ ਗਏ ਨੇ, ਨਿਹੱਥਿਆਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਸੰਗਤ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਉਹਦੇ ਵਿਰੋਧ ਦੇ ਵਿੱਚ ਨੌਜਵਾਨ ਵੀਰ ਇਕੱਤਰ ਹੋ ਕਰਕੇ ਵਿਰੋਧ ਵਿੱਚ, ਕਿਉਂਕਿ ਅੱਜ ਤੱਕ ਸਾਨੂੰ ਨਿਆਂ ਨਹੀਂ ਮਿਲਿਆ। ਜਦੋਂ ਤੱਕ ਨਿਆਂ ਨਹੀਂ ਮਿਲੇਗਾ ਉਦੋਂ ਤੱਕ ਸਰਕਾਰ ਦੇ ਖਿਲਾਫ ਅਸੀਂ ਇੱਦਾਂ ਹੀ ਡਟੇ ਰਵਾਂਗੇ, ਇੱਦਾਂ ਹੀ ਵਿਰੋਧ ਕਰਦੇ ਰਵਾਂਗੇ। ਕਿਰਤੀ ਕਿਸਾਨ ਮੋਰਚਾ ਰੋਪੜ ਤੋਂ ਅੱਜ ਅਸੀਂ ਜੋ ਜੂਨ 84 ਦੇ ਵਿੱਚ ਘੱਲੂਘਾਰਾ ਹੋਇਆ ਸੀ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਇੱਥੇ ਪਹੁੰਚੇ ਹਾਂ, ਕਿਉਂਕਿ ਉਹ ਇਸ ਦਿਨ ਅੱਜ ਜੋ ਉਸ ਮੌਕੇ ਦੀਆਂ ਜ਼ਾਲਮ ਸਰਕਾਰਾਂ ਸੀ ਉਹਨਾਂ ਨੇ ਨਿਹੱਥੇ ਸਿੰਘ ਜੋ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਉੱਥੇ ਗਏ ਸੀ, ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ, ਉਹਨਾਂ ਉੱਤੇ ਨਿਰਦੋਸ਼ ਲੋਕਾਂ ਤੇ ਛੋਟੇ ਛੋਟੇ ਬੱਚਿਆਂ ਉੱਤੇ, ਬੀਬੀਆਂ ਉੱਤੇ ਉਹਨਾਂ ਨੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਇਹਨਾਂ ਦੇ ਸੰਬੰਧ ਵਿੱਚ ਅੱਜ ਅਸੀਂ ਜੋ ਸਾਡੇ ਸ਼ਹੀਦ ਹੋਏ ਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੇ ਹਾਂ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਬੇਨਤੀ ਕਰਦਾ ਹਾਂ ਜੋ ਲੋਕ ਹਨ ਪੰਜਾਬ ਵਾਸੀਆਂ ਨੂੰ, ਰੋਪੜ ਵਾਸੀਆਂ ਨੂੰ, ਕਿ 9 ਜੂਨ ਨੂੰ ਅਸੀਂ ਬਾਬਾ ਬੰਦਾ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ। ਜੋ ਸਿੰਘ ਜੋ ਪਿੰਡ ਹੈ ਉਹਦੇ 'ਚ ਕਮਿਊਨਿਟੀ ਸੈਂਟਰ ਹਾਲ ਵਿੱਚ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਕਾਨਫਰੰਸ ਕੀਤੀ ਜਾਵੇਗੀ। ਸੋ ਸਾਰੇ ਲੋਕਾਂ ਨੂੰ ਜੋ ਰੋਪੜ ਸ਼ਹਿਰ ਦੇ ਵਾਸੀ ਹੈ, ਜੋ ਰੋਪੜ ਜ਼ਿਲ੍ਹੇ ਦੇ ਵਾਸੀ ਹੈ, ਉਹਨਾਂ ਨੂੰ ਬੇਨਤੀ ਹੈ ਕਿ 9 ਤਰੀਕ ਨੂੰ ਬਾਬਾ ਬੰਦਾ ਸਿੰਘ ਦੀ ਬਹਾਦਰ ਦੇ ਸ਼ਹੀਦੀ ਦਿਹਾੜਿਆਂ ਸਮਰਪਿਤ ਜੋ ਕਾਨਫਰੰਸ ਕੀਤੀ ਹੈ ਉਹਦੇ 'ਚ ਵੀ ਜ਼ਰੂਰ ਪਹੁੰਚੋ ਜੀ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਰਿਪੋਰਟ ਦਾ ਟੀਵੀ NRI। ਬਠਿੰਡਾ ਦੇ ITI ਰੋਡ ਦੇ ਨੇੜੇ ਰਿਹਾਇਸ਼ੀ ਇਲਾਕੇ ਦੇ ਵਿੱਚ ਕਚਰਾ ਪਲਾਂਟ ਨੂੰ ਭਿਆਨਕ ਅੱਗ ਲੱਗ ਗਈ। ਦੱਸਦੇ ਚੱਲੀਏ ਕਿ ਅੱਧਾ ਦਰਜਨ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਕੜੀ ਮੁਸ਼ੱਕਤ ਨਾਲ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਨਾਲ ਦੱਸ ਦਈਏ ਕਿ ਤੇਜ਼ ਹਵਾ ਦੇ ਕਾਰਨ ਅੱਗ ਫੈਲਦੀ ਗਈ ਤੇ ਉਹਦੇ ਨਾਲ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਅੱਗ ਦਾ ਧੂੰਆਂ ਦੇਖਣ ਨੂੰ ਮਿਲਿਆ, ਜਿਸ ਕਰਕੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਹੋਈ। ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ। ਬਠਿੰਡਾ ਦੇ ITI ਚੌਕ ਨੇੜੇ ਰਿਹਾਇਸ਼ੀ ਇਲਾਕੇ ਵਿੱਚ ਬਣੇ ਕਚਰਾ ਪਲਾਂਟ ਨੂੰ ਭਿਆਨਕ ਅੱਗ ਲੱਗ ਗਈ। ਉੱਥੇ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਕਰੀਬ ਅੱਧਾ ਦਰਜਨ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕੀਤੀ। ਹਵਾ ਤੇਜ਼ ਹੋਣ ਕਾਰਨ ਅੱਗ ਬੜੀ ਤੇਜ਼ੀ ਨਾਲ ਫੈਲੀ, ਜਿਸ ਕਾਰਨ ਕਚਰਾ ਪਲਾਂਟ ਨੇੜਲੇ ਰਿਹਾਇਸ਼ੀ ਇਲਾਕਿਆਂ ਨੂੰ ਅੱਗ ਦੇ ਧੂਏ ਨੇ ਕਾਫੀ ਪ੍ਰਭਾਵਿਤ ਕੀਤਾ। ਫਾਇਰ ਅਫਸਰ ਜਸਕਰਨ ਸਿੰਘ ਨੇ ਦੱਸਿਆ ਕਿ ਕਚਰਾ ਪਲਾਂਟ 'ਚ ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਮੌਕੇ ਤੇ ਟੀਮ ਦੇ ਨਾਲ ਪਹੁੰਚੇ ਤੇ ਫਾਇਰ ਟੀਮ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਕੜੀ ਮੁਸ਼ੱਕਤ ਕੀਤੀ ਗਈ। ਮੈਂ ਗੁਰਿੰਦਰ ਸਿੰਘ ਫਾਇਰ ਅਫਸਰ ਫਾਇਰ ਬ੍ਰਿਗੇਡ ਬਠਿੰਡਾ। ਸਾਨੂੰ 1:33 ਤੇ ਅੱਜ ਜਿਹੜੀ ਕਾਲ ਮਿਲੀ ਕਿ ਕਚਰਾ ਪਲਾਂਟ ਵਿੱਚ ਅੱਗ ਲੱਗ ਗਈ। ਸਾਡੀਆਂ ਮੌਕੇ ਤੇ ਇੱਥੇ ਫਾਇਰ ਟੈਂਡਰ 4 ਫਾਇਰ ਟੈਂਡਰ ਨੇ ਅੱਗ ਤੇ ਜਿਹੜੀਆਂ ਮਤਲਬ ਕਿ ਕੰਟਰੋਲ ਕਰ ਰਹੀਆਂ ਤੇ ਤਕਰੀਬਨ ਅੱਗ ਕੰਟਰੋਲ 'ਚ ਹੀ ਹੈ। ਤਕਰੀਬਨ ਧੂੰਆਂ ਜ਼ਿਆਦਾ ਹੈ
ਧੂੰਆਂ ਜ਼ਿਆਦਾ ਕਰਕੇ ਜ਼ਿਆਦਾ ਪ੍ਰੋਬਲਮ ਥੋੜੀ ਜਿਹੀ ਹੈਗੀ ਹੈ। ਬਾਕੀ ਤਾਂ ਕੰਟਰੋਲ ਅੱਗ ਦਾ ਕੰਟਰੋਲ ਕਿਉਂ ਨਹੀਂ ਹੋ ਰਹੀ? ਅੱਗ ਕਾਫੀ ਵਧੇ ਫੈਲੀ ਹੋਈ ਹੈ, ਕੀ ਕਹਿਣਾ ਚਾਹੁੰਦੇ? ਕਿਉਂਕਿ ਜ਼ਿਆਦਾਤਰ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ। ਹਵਾ ਕਰਕੇ ਜ਼ਿਆਦਾ ਉੱਪਰੋਂ ਦੇਖੋ ਕੁਦਰਤ ਨੇ ਹੀਟ ਵੀ ਦਿੱਤੀ ਹੋਈ ਹੈ, ਹੀਟ ਕਰਕੇ ਜ਼ਿਆਦਾ ਮਤਲਬ ਕਿ ਇਹ ਵੱਧ ਗਈ। ਵੈਸੇ ਉਹ ਅੱਗ ਦੀ ਕੋਈ ਐ ਨਹੀਂ ਵੀ ਕੋਈ ਇੱਥੇ ਕੋਈ ਭਾਂਬੜ ਮੱਚ ਰਿਹਾ, ਸਿਰਫ ਧੂੰਆਂ ਹੀ ਹੋਇਆ ਹੋਇਆ। ਅੱਗ ਵੀ ਬਹੁਤ ਜ਼ਿਆਦਾ ਨੇ ਇੱਥੇ, ਕਾਗਜ਼ਾਂ ਤੁਹਾਨੂੰ ਲੱਗਦਾ ਵੀ ਕੰਟਰੋਲ ਹੋ ਸਕਦਾ ਹੈ? ਨਹੀਂ, ਅੱਗ ਕੰਟਰੋਲ ਤਾਂ ਅਸੀਂ ਤਕਰੀਬਨ ਕਰ ਹੀ ਲਈ, ਬਾਕੀ ਗੱਡੀਆਂ ਹੋਰ ਮੰਗਾਈਆਂ ਸੀ, ਕਰ ਲਾਂਗੇ ਕੰਟਰੋਲ ਅਸੀਂ। ਬਠਿੰਡਾ ਤੋਂ ਰਾਕੇਸ਼ ਸ਼ਰਮਾ ਦੀ ਰਿਪੋਰਟ, ਦ ਟੀਵੀ ਐਨਆਰਆਈ। ਸਰਬੱਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਕੌਮ ਦੇ ਨਾਮ ਤੇ ਸੰਦੇਸ਼ ਪੜਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ ਦੁਬਾਰਾ ਮੋਰਚਾ ਖੋਲ੍ਹਿਆ ਜਾਵੇਗਾ ਤੇ ਇਸ ਦੇ ਵਾਸਤੇ ਜਲਦ ਹੀ ਰੂਪਰੇਖਾ ਵੀ ਤਿਆਰ ਕਰ ਲਈ ਜਾਵੇਗੀ। ਸਰਬੱਤ ਖਾਲਸਾ ਵਿੱਚ ਥਾਪੇ ਗਏ ਮੁਤਵਾਜੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਅੱਜ ਕੌਮ ਦੇ ਨਾਮ ਤੇ ਸੰਦੇਸ਼ ਪੜਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਫੜਨ ਵਾਸਤੇ ਹੁਣ ਦੁਬਾਰਾ ਤੋਂ ਮੋਰਚੇ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ। ਉੱਥੇ ਹੀ ਉਹਨਾਂ ਨੇ ਕਿਹਾ ਕਿ ਅਸੀਂ ਜਲਦ ਹੀ ਇਸ ਲਈ ਰੂਪਰੇਖਾ ਵੀ ਤਿਆਰ ਕਰ ਰਹੇ ਹਾਂ। ਧਿਆਨ ਸਿੰਘ ਮੰਡ ਦੇ ਮੁਤਾਬਕ ਲਗਾਤਾਰ ਹੀ ਪੰਜਾਬ ਦੇ ਸਿਆਸਤਦਾਨ ਬਰਗਾੜੀ ਦੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਮੁਤਵਾਦੀ ਜਥੇਦਾਰ ਘੋਸ਼ਿਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਜਿੰਨੀ ਦੇਰ ਤੱਕ ਜੇਲ੍ਹ ਵਿੱਚ ਹਨ, ਉਨੀ ਦੇਰ ਤੱਕ ਉਹਨਾਂ ਵੱਲੋਂ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਤੇ ਪਈ ਹੋਈ ਹੈ ਅਤੇ ਸਿੱਖ ਕੌਮ ਨੂੰ ਇਕਜੁੱਟ ਲੈ ਕੇ ਚੱਲਣ ਦੀ ਵੀ ਜ਼ਿੰਮੇਵਾਰੀ ਉਹਨਾਂ ਦੀ ਹੀ ਹੈ। ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਨੂੰ ਲੈ ਕੇ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ, ਕਿਉਂਕਿ ਉਹ ਇੱਕ ਦੂਸਰੇ ਨਾਲ ਮਿਲੇ ਹੋਏ ਨੇ। ਮੈਂ ਤਾਂ ਕਹਿੰਦਾ ਕਿ ਇਕੱਲੀਆਂ ਜਥੇਬੰਦੀਆਂ ਨਹੀਂ, ਸਾਰਾ ਸਿੱਖ ਪੰਥ ਹਰ ਪਿੰਡ ਗੁਰੂ ਮੰਨਦਾ ਹੈ। ਜਿਹੜੇ ਗੈਰ ਸਿੱਖ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ, ਭਾਵੇਂ ਹਿੰਦੂ ਨੇ, ਭਾਵੇਂ ਮੁਸਲਮਾਨ ਨੇ, ਭਾਵੇਂ ਈਸਾਈ ਨੇ, ਇਹ ਗੱਲ ਸਾਰੀ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ। ਤੇ ਜਿੱਥੋਂ ਤੱਕ ਮੇਰੀ ਗੱਲ ਆ, ਮੇਰਾ ਤਾਂ ਪਰਿਵਾਰ ਆ, ਮੈਂ ਤਾਂ ਪਹਿਲਾਂ ਵੀ ਪੰਥ ਨੂੰ ਉਂਗਲਾਂ ਤੋਂ ਫੜ ਕੇ ਨਾਲ ਤੋਰਿਆ ਹੈ, ਹੁਣ ਵੀ ਮੈਂ ਤੋਰਨਾ। ਬਹੁਤ ਵੱਡੀ ਲੜਾਈ ਜਿਹੜੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਂਤੀ ਵਾਲੀ, ਅਮਨ ਸ਼ਾਂਤੀ ਵਾਲੀ, ਲੋਕਤੰਤਰਕ ਢੰਗ ਤਰੀਕਿਆਂ ਦੇ ਨਾਲ ਵਿੱਚ ਜਾਬਤੇ ਦੇ ਵਿੱਚ ਰਹਿ ਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਕਾਰਜਕਾਰੀ ਜਥੇਦਾਰ ਆਪਣੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਗੈਰ ਹਾਜ਼ਰੀ ਵਿੱਚ ਉਹ ਲੜਨ ਜਾ ਰਿਹਾ ਹੈ। ਤੁਸੀਂ ਆਉਣ ਵਾਲਾ ਸਮਾਂ ਵੇਖੋ, ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ ਤੇ ਸਰਕਾਰਾਂ ਦਿੱਲੀ ਤੱਕ ਤੜਫ ਉੱਠੀਆਂ ਸੀ, ਬੜੇ ਵੱਡੇ ਮਸਲੇ ਉਹਨਾਂ ਨੂੰ ਹੱਲ ਕਰਨੇ ਪਏ, ਮਜਬੂਰੀ ਬਣ ਗਈ। ਔਰ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਇਹ ਤੁਹਾਡੀ ਨਜ਼ਰ ਆਊਗਾ ਵੀ ਇਹ ਜਿਹੜਾ ਪੰਥ ਆ ਸਾਡੇ ਨਾਲੋਂ ਕੋਈ ਅਲੱਗ ਨਹੀਂ। ਭਾਂਡੇ ਜਿਹੜੇ ਰਸੋਈ ਦੇ ਵਿੱਚ ਹੁੰਦੇ ਨੇ, ਉਹ ਜਦੋਂ ਕੋਈ ਸਵਾਣੀ ਖਾਣ ਪੀਣ ਤੋਂ ਬਾਅਦ ਉਹਨਾਂ ਦੀ ਸਫਾਈ ਕਰਦੀ ਹੈ, ਉਹਨਾਂ ਨੂੰ ਧੋਂਦੀ ਹੈ ਤੇ ਅਕਸਰ ਖੜਕਾ ਆਸੇ-ਪਾਸੇ ਸੁਣਦਾ ਹੈ। ਪਰ ਸਿਆਣੀ ਜਿਹੜੀ ਸਵਾਣੀ ਹੁੰਦੀ ਹੈ ਉਹ ਫਿਰ ਬੜੇ ਢੰਗ ਦੇ ਨਾਲ ਉਹਨਾਂ ਭਾਂਡਿਆਂ ਦੇ ਵਿੱਚ ਖਾਣਾ ਫੇਰ ਪਰੋਸਦੀ ਹੈ। ਤੇ ਮੈਂ ਉਹ ਇੱਕ ਸਿੱਖ ਕੌਮ ਦੀ ਜਿਹੜੀ ਮੇਰੀ ਅਗਵਾਈ ਆ ਸ੍ਰੀ ਅਕਾਲ ਤਖਤ ਸਾਹਿਬ ਦੀ, ਉਹ ਸਾਰਿਆਂ ਨੂੰ ਇਕੱਠਾ ਕਰਕੇ, ਸਾਰੀ ਸ਼ਕਤੀ ਨੂੰ ਇਕੱਠਿਆ ਕਰਕੇ, ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ, ਜਿਹੜਾ ਸਾਡਾ ਦੁਸ਼ਮਣ ਆ, ਜਿਹੜੇ ਸਿੱਖ ਵਿਰੋਧੀ ਨੇ, ਉਹਨਾਂ ਨਾਲ ਲੜਾਈ ਲੜਨ ਵਾਸਤੇ ਪਹਿਲਾਂ ਵੀ ਤਿਆਰੀ ਕੀਤੀ ਤੇ ਹੁਣ ਬਹੁਤ ਵੱਡੀ ਤਿਆਰੀ ਕਰਾਂਗੇ। ਮੈਨੂੰ ਇਹ ਸਵਾਲ ਪੁੱਛਣ ਦੀ ਤੁਹਾਨੂੰ ਲੋੜ ਨਹੀਂ ਹੈਗੀ, ਕਿਉਂਕਿ ਚੋਰ ਤੇ ਕੁੱਤੀ ਰਲੇ ਹੋਏ ਨੇ। ਜਿਨ੍ਹਾਂ ਨੇ ਬੇਅਦਬੀ ਕਰਾਈ ਉਹ ਵੀ ਰਲੇ ਹੋਏ ਨੇ, ਜਿਨ੍ਹਾਂ ਨੇ ਕੀਤੀ ਉਹਨਾਂ ਨਾਲ ਰਲੇ ਹੋਏ ਨੇ, ਜਿਨ੍ਹਾਂ ਨੇ ਇਹ ਕਿਹਾ ਕਿ ਅਸੀਂ ਫੜਾਂਗੇ ਉਹ ਵੀ ਰਲੇ ਹੋਏ ਨੇ। ਹੁਣ ਵਿੱਚ ਵਿਚਾਲੇ ਜਿਹੜਾ ਰਾਹ ਕੱਢਣਾ ਉਹ ਪੰਥ ਦੀ ਜ਼ਿੰਮੇਵਾਰੀ ਆ। ਉਹ ਵਾਹਿਗੁਰੂ ਕਿਰਪਾ ਕਰੇ, ਗੁਰੂ ਰਾਮਦਾਸ ਕਿਰਪਾ ਕਰੇ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਿਰਪਾ ਕਰਨ ਤੇ ਸਾਰੀ ਸੰਗਤ ਕਿਰਪਾ ਕਰੇ ਤੇ ਮਹਾਰਾਜ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ, ਦ ਟੀਵੀ ਐਨਆਰਆਈ। ਜ਼ਿਲ੍ਹਾ ਰੂਪਨਗਰ ਦੇ ਬਲਾਕ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਮਾਈਨਿੰਗ ਮਾਫੀਆ ਨੂੰ ਕਿਸੇ ਵੀ ਕਾਰਵਾਈ ਦਾ ਡਰ ਨਹੀਂ ਰਿਹਾ। ਸ਼ਰੇਆਮ ਹੀ ਮਾਈਨਿੰਗ ਮਾਫੀਆ ਖੇਤੀ ਦੀ ਜ਼ਮੀਨਾਂ ਦੇ ਵਿੱਚ ਮਾਈਨਿੰਗ ਕਰ ਰਹੀਆਂ ਨੇ ਤੇ ਉਹਨਾਂ ਨੂੰ ਕਿਸੇ ਵੀ ਕਾਰਵਾਈ ਦਾ ਡਰ ਨਹੀਂ ਰਿਹਾ। ਇਹ ਮਾਮਲਾ ਰੂਪਨਗਰ ਦੇ ਬਲਾਕ ਸ਼੍ਰੀ ਚਮਕੌਰ ਸਾਹਿਬ ਦਾ ਹੈ।
ਸਮੇਂ ਹੀ ਅੱਜ ਪੰਜਾਬ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਦੇ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖ ਧੰਦਾ ਜਾਰੀ ਹੈ। ਨਾਜਾਇਜ਼ ਮਾਈਨਿੰਗ ਦਾ ਇੱਕ ਅਜਿਹਾ ਹੀ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਬਲਾਕ ਸ਼੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਈਨਿੰਗ ਮਾਫੀਆ ਵੱਲੋਂ ਖੇਤੀਬਾੜੀ ਦੀ ਜ਼ਮੀਨ ਵਿੱਚ ਬਿਨਾਂ ਸਰਕਾਰ ਦੀ ਆਗਿਆ ਤੋਂ ਸ਼ਰੇਆਮ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਤੁਸੀਂ ਵੀ ਦੇਖੋ ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਪੂਰੀ ਰਿਪੋਰਟ। ਸਰ ਕੀ ਇੱਥੇ ਤੁਸੀਂ ਅੱਜ ਥਾਣੇ ਦੇ ਵਿੱਚ ਇੱਥੇ ਕੀ ਕਰਨ ਕੀ ਆਏ ਸੀ ਸਰ, ਜਿਹੜਾ ਤੁਸੀਂ ਦੱਸ ਰਹੇ ਸੀ ਵੀ ਇੱਥੇ ਕੁਝ ਵਿਵਾਦ ਖੜਾ ਹੋ ਗਿਆ? ਬਲਾਕ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਵਿੱਚ ਵੱਡੇ ਪੱਧਰ ਤੇ ਮਾਈਨਿੰਗ ਚੱਲ ਰਹੀ ਹੈ, ਚਾਹੇ ਘਾਟ ਦਾ ਇਲਾਕਾ ਹੈ, ਚਾਹੇ ਬੇਟ ਦਾ ਇਲਾਕਾ ਹੈ, ਚਾਹੇ ਢਾਈ ਦਾ ਇਲਾਕਾ ਹੈ। ਜਿਹੜੀ ਇਹ ਮਾਈਨਿੰਗ ਹੈ, ਮੈਨੂੰ ਤਾਂ ਇਹ ਮਹਿਸੂਸ ਹੋ ਰਿਹਾ ਹੁਣ ਜਿੰਨਾ ਮੈਂ ਸੰਘਰਸ਼ ਕਰ ਰਿਹਾ ਮਾਈਨਿੰਗ ਦੇ ਖਿਲਾਫ, ਕਿ ਇਹ ਜਿਹੜੀ ਸਰਕਾਰ ਹੈ ਸਾਡੀ ਬੈਠੀ ਚੰਡੀਗੜ੍ਹ, ਕੈਪਟਨ ਦੀ ਮਹਾਰਾਜ ਦੀ ਸਰਕਾਰ ਜਿਹੜਾ ਸਹੁੰ ਚੱਕਦਾ ਸੀ ਵੀ ਮੈਂ ਮਾਈਨਿੰਗ ਰੋਕੂੰਗਾ, ਮੈਂ ਕੋਈ ਵੀ ਮਾਫੀਆ ਉਹ 'ਤੇ ਨਕੇਲ ਪਾਊਂਗਾ, ਮੈਂ ਗੁਰੂ ਮਹਾਰਾਜ ਦੀ ਬੇਅਦਬੀ ਦਾ ਵੀ ਜ਼ਰੂਰ ਤੁਹਾਨੂੰ ਸਜ਼ਾ ਦਊਂਗਾ ਉਹਨੂੰ ਜਿਹਨੇ ਕੀਤੀ ਹੈ। ਪਰ ਮੈਨੂੰ ਤਾਂ ਇਹ ਲੱਗਦਾ ਵੀ ਉੱਥੋਂ ਸ਼ੁਰੂ ਹੋ ਕੇ ਇਹ ਹੇਠਲੇ ਲੈਵਲ ਤੱਕ ਵਿੱਚੇ ਸਰਕਾਰਾਂ ਵਿੱਚੇ ਪ੍ਰਸ਼ਾਸਨ ਮਿਲੇ ਹੋਏ ਆ। ਕੱਲ੍ਹ ਇੱਕ ਟਿੱਪਰ ਫੜਾਇਆ ਸੀ, ਅਸੀਂ ਅੱਜ ਆਏ ਹਾਂ ਇੱਥੇ ਥਾਣੇ ਵਿੱਚ, ਤਾਂ ਟਿੱਪਰ ਹੈ ਇੱਥੇ ਹੈ ਹੀ ਨਹੀਂ, ਉਹ ਇਹਨਾਂ ਛੱਡ ਦਿੱਤਾ। ਸਾਨੂੰ ਕਿਹਾ ਗਿਆ ਥਾਣੇ ਵੱਲੋਂ ਕਿ ਜੋ ਪੇਪਰ ਦਿਖਾ ਗਿਆ, ਜਦੋਂ ਉਹਦੇ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ, ਪੇਪਰ ਪਤਾ ਨਹੀਂ ਕਿਹੜੇ ਟਿੱਪਰ 'ਤੇ ਦਿਖਾ ਗਿਆ ਉਹ। ਦੂਜਾ ਅਸੀਂ ਹੁਣ ਗਏ ਉੱਥੇ ਜਿੱਥੇ ਮਾਈਨਿੰਗ ਹੋ ਰਹੀ ਹੈ, ਉੱਥੇ ਇੱਕ ਉਹ ਟਿੱਪਰ ਜਿਹੜਾ ਅਸੀਂ ਫੜਾਇਆ ਸੀ ਉਹਦੇ ਨਾਲ ਇੱਕ ਹੋਰ ਟਿੱਪਰ ਸਾਨੂੰ ਦੰਦੀਆਂ ਚੜਾਉਣ ਵਾਸਤੇ ਉਸ ਭੱਠਾ ਮਾਲਕ ਨੇ ਹੁਣ 2 ਟਿੱਪਰ ਲਾਏ ਹੋਏ ਨੇ। ਜਿਹੜੀ ਮਸ਼ੀਨ ਉੱਥੇ JCB ਚੱਲ ਰਹੀ ਸੀ, ਉਹ ਵੀ ਮਸ਼ੀਨ ਉੱਥੇ ਇਸ ਟਾਈਮ ਚੱਲ ਰਹੀ ਹੈ। ਜਿਵੇਂ ਸਾਡੇ ਸਤਲੁਜ ਦਰਿਆ ਵਿੱਚ ਮਾਈਨਿੰਗ ਹੋ ਰਹੀ ਹੈ, ਉਹ ਵੀ ਕੰਟਰੈਕਟਰ ਸ਼ਰੇਆਮ ਕਹਿ ਰਿਹਾ ਕਿ ਤੁਸੀਂ ਜਿੱਥੇ ਜਾਣਾ ਜਾ, ਮੇਰਾ ਕੋਈ ਕੁਝ ਨਹੀਂ ਵਿਗਾੜੂਗਾ। ਇਸੇ ਤਰ੍ਹਾਂ ਉਹ ਭੱਠੇ ਵਾਲਾ ਕਹਿ ਰਿਹਾ ਤੁਸੀਂ ਜੋ ਕਰਨਾ ਕਰ ਲਓ, ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਸੋ ਮੇਰੀ ਸਰਕਾਰ ਨੂੰ ਬੇਨਤੀ ਹੈ, ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਬਿਨਾਂ ਨੰਬਰ ਪਲੇਟ ਤੋਂ ਟਿੱਪਰ ਚੱਲ ਰਹੇ ਹੈ, ਔਰ ਜਿਹੜੇ ਓਵਰਲੋਡ ਟਿੱਪਰ ਚੱਲ ਰਹੇ ਹੈ, ਔਰ ਜਿਹੜੀ 3 ਫੁੱਟ ਤੋਂ ਵੱਧ ਮਾਈਨਿੰਗ ਕੀਤੀ ਜਾ ਰਹੀ ਹੈ, ਉਸ ਨੂੰ ਤੁਰੰਤ ਰੋਕਿਆ ਜਾਵੇ, ਤਾਂ ਜੋ ਇਸ ਜ਼ਿਲ੍ਹੇ ਦੇ ਇਸ ਬਲਾਕ ਦੇ ਜਿਹੜੀ ਉਪਜਾਊ ਸ਼ਕਤੀ ਹੈ ਮਿੱਟੀ ਦੀ, ਉਹ ਬਚਾਈ ਜਾ ਸਕੇ, ਜਿਹੜਾ ਪੋਲਿਊਸ਼ਨ ਵੱਧ ਰਿਹਾ ਉਹ ਬਚਾਇਆ ਜਾ ਸਕੇ, ਅਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੀ ਜਿਹੜੀ ਸਰੀਰਕ ਤੌਰ 'ਤੇ, ਸਿਹਤ ਦੇ ਤੌਰ 'ਤੇ ਰੱਖਿਆ ਹੋ ਸਕੇ। ਅੱਜ ਪਤਾ ਚੱਲ ਰਿਹਾ ਜੀ, ਇਹ ਇੱਥੇ ਤੁਸੀਂ ਗਏ ਆ ਉੱਥੋਂ ਜਿੱਥੇ ਮਿੱਟੀ ਮਾਈਨਿੰਗ ਚੱਲ ਰਹੀ ਹੈ, ਅਤੇ ਉਹਦੇ ਵਿੱਚ ਕੱਲ੍ਹ ਉਹਨਾਂ ਨੇ ਕੁਝ 10 ਫੁੱਟ ਮਿੱਟੀ ਪੱਟੀ ਹੋਈ ਸੀ, ਅੱਜ ਉੱਥੇ ਉਹਨਾਂ ਨੇ ਕਿੰਨਾ ਕੁ ਤੁਹਾਨੂੰ ਲੱਗਿਆ ਜੀ? ਇਹ ਸਾਰੀ ਇਹ ਪ੍ਰਸ਼ਾਸਨ ਨਾਲ ਮਿਲ ਕੇ ਕਰ ਰਿਹਾ। ਉਹ ਪ੍ਰਸ਼ਾਸਨ ਨੇ ਕਹਿ ਤਾਂ ਹੁਣ ਵੀ ਤੂੰ 10 ਫੁੱਟ ਕਿਉਂ ਪੱਟੀ, ਜੇ ਪੱਟੀ ਹੋਏ ਤਾਂ ਉਹਨੂੰ ਪੱਧਰੀ ਕਰ ਦਿਓ। ਉਹਨੇ ਆਪਣੇ ਟਰੈਕਟਰ ਲਾ ਕੇ ਕਰਾਹ ਲਾ ਕੇ, ਕਿਆ ਨਹੀਂ ਹੈ ਜੀ ਇਹਨਾਂ ਲੋਕਾਂ ਕੋਲ, ਸਾਰਾ ਕੁਝ ਸੰਤਾ ਇਹਨਾਂ ਕੋਲ। ਇੱਕ ਗਰੀਬ ਕਿਸਾਨ ਹੈ, ਉਹ ਨਹੀਂ ਇੰਨੀ ਅਪਰੋਚ ਕਰ ਸਕਦਾ ਜਿੰਨੀ ਇਹ ਵੀ ਕਾਰਪੋਰੇਟ ਘਰਾਣੇ 'ਚ ਆ ਜਾਂਦੇ ਨੇ ਜੀ। ਪੱਠੇ ਵਾਲੇ ਕਿਹੜਾ ਘੱਟ ਨੇ ਜੀ, ਇਹ ਇਹਨਾਂ ਦੇ ਵੀ 2 ਨੰਬਰ ਦੇ ਦਿੰਦੇ ਨੇ ਜੀ, 2 ਨੰਬਰ ਚਿੱਟਾਂ ਵੇਚਦੇ ਨੇ। ਇਹ ਪੈਸਾ ਇਹਨਾਂ ਕੋਲ ਹੈਗਾ, ਪੈਸੇ ਨਾਲ ਇਹਨਾਂ ਸਾਰਾ ਸਮਾਨ ਖਰੀਦਿਆ ਹੋਇਆ। ਉਹ ਸਮਾਨ ਦੀ ਵਰਤੋਂ ਕਰਕੇ ਜਿਹੜੇ ਰਾਤ ਕੱਲ੍ਹ ਟੋਏ ਸੀ 10 ਫੁੱਟ, ਉਹ ਪੂਰਤੇ ਤੇ ਬਿਨਾਂ ਨੰਬਰ ਤੋਂ ਟਿੱਪਰ ਚੱਲ ਰਹੇ ਆ। ਅਗਰ ਕਿਸੇ ਦਾ ਧੀ ਪੁੱਤ ਮਰਦਾ ਤਾਂ ਕੋਈ ਪਰਵਾਹ ਨਹੀਂ, ਕੋਈ ਨਹੀਂ ਉਹਦੇ 'ਤੇ ਪਰਚਾ ਹੋਣਾ, ਕੋਈ ਪਤਾ ਨਹੀਂ ਲੱਗਣਾ ਵੀ ਕਿਹੜਾ ਟਿੱਪਰ ਮਰ ਗਿਆ, ਕੌਣ ਉਹਦਾ ਮਾਲਕ ਸੀ। ਰਾਜੀ ਅਸੀਂ ਆਪਣੇ ਜਿਹੜੇ ਪਹਿਲਾਂ SDM ਸਾਹਿਬ ਸੀ ਚਮਕੌਰ ਸਾਹਿਬ ਦੇ, ਉਹਨਾਂ ਨੂੰ ਬੇਨਤੀ ਕਰੀ ਮਿਲ ਕੇ ਕਿ ਬਿਨਾਂ ਨੰਬਰਾਂ ਤੋਂ ਚੱਲ ਰਹੀਆਂ ਉਹਨਾਂ ਨੂੰ ਮਤਲਬ ਨੱਥ ਪਾਈ ਜਾਵੇ। ਜਿਹੜੇ ਪੁਲ 'ਤੇ ਡਿਊਟੀ ਦੇ ਰਹੇ ਆ ਆਪਣੇ ਟ੍ਰੈਫਿਕ ਪੁਲਿਸ ਵਾਲੇ, ਅਸੀਂ ਉਹਨਾਂ ਨੂੰ ਦਿਖਾਇਆ ਕਿ ਦੇਖੋ ਨੰਬਰ ਪਲੇਟ ਹੈ ਨਹੀਂ, ਇਹਨਾਂ 'ਤੇ ਕਾਰਵਾਈ ਕਰੋ। ਓਵਰਲੋਡ ਨਾ ਕਹਿੰਦੀ ਸਾਡੇ ਹੱਥ ਬੰਨੇ ਹੋਏ, ਸਾਨੂੰ ਅਫਸਰ ਰੋਕਿਆ ਹੋਇਆ। ਸੋ ਜਿਹੜੀ ਇਹ ਵਾਰਡਿੰਗ ਹੈ ਉਹਨਾਂ ਆਪਣੇ ਪੁਲਿਸ ਮੁਲਾਜ਼ਮਾਂ ਦੀ, ਅਤੇ ਜਿਹੜੀ ਵਾਰਡਿੰਗ ਹੈ ਜਿਹੜੇ ਇਹ ਨਜਾਇਜ਼ ਧੰਦਾ ਕਰ ਰਹੇ ਕਿ ਜੋ ਕਰਨਾ ਕਰ ਲਓ, ਪ੍ਰਸ਼ਾਸਨ ਸਾਡਾ ਕੁਛ ਨਹੀਂ ਵਿਗਾੜਦਾ, ਇਹਨਾਂ ਤੋਂ ਸਾਨੂੰ ਤਾਂ ਇਹੀ ਅਹਿਸਾਸ ਹੋ ਰਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਜਿਹੜਾ ਕਹਿੰਦਾ ਸੀ ਮਾਈਨਿੰਗ ਮੈਂ ਨਹੀਂ ਹੋਣ ਦਊਂਗਾ, ਉਹ ਤੋਂ ਲੈ ਕੇ ਹੇਠਾਂ ਇੱਕ ਪੀਐਨ ਤੱਕ ਜਿਹੜਾ ਪ੍ਰਸ਼ਾਸਨ ਹੈ ਸਾਰਾ ਮਾਈਨਿੰਗ ਡਿਪਾਰਟਮੈਂਟ ਦਾ, ਉਹ ਇਹਨਾਂ ਵੱਡੇ ਘਰਾਣਿਆਂ ਨਾਲ ਮਿਲਿਆ ਹੋਇਆ, ਇਹਨਾਂ ਮਾਈਨਿੰਗ ਮਾਫੀਆ ਨਾਲ ਮਿਲਿਆ ਹੋਇਆ। ਸੋ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ, ਅਸੀਂ ਬੇਨਤੀ ਕਰਦੇ ਹਾਂ DC ਸਾਹਿਬ ਰੋਪੜ ਨੂੰ, ਅਸੀਂ DC ਸਾਹਿਬ ਪੁਲਿਸ ਪ੍ਰਸ਼ਾਸਨ ਨੂੰ, SSP ਸਾਹਿਬ ਰੋਪੜ ਨੂੰ, ਕਿ ਜਿਹੜਾ ਇਹ ਮਾਫੀਆ ਸਰਗਰਮ ਹੋਇਆ ਬਲਾਕ ਚਮਕੌਰ ਸਾਹਿਬ ਵਿੱਚ, ਇਹਦੇ 'ਤੇ ਨੱਥ ਪਾਈ ਜਾਵੇ। ਰਾਇਲਟੀ ਹੈਗੀ ਜੀ ਸਾਡੇ ਕੋਲ ਜੋ ਅਸੀਂ ਭਰਦੇ ਹਾਂ? ਨਹੀਂ, ਜੋ ਇੱਕ ਪਰਮਿਸ਼ਨ ਮਿਲਦੀ ਆ ਬਕਾਇਦਾ ਕਹਿੰਦਾ ਚੱਕਣ ਦੀ, ਉਹ ਤਾਂ ਨਹੀਂ ਹੈਗੀ ਆਪਣੇ ਕੋਲ? ਨਹੀਂ, ਪਰਮਿਸ਼ਨ ਨਹੀਂ ਜੀ, ਰਾਇਲਟੀ ਹੈ ਸਾਡੇ ਕੋਲ ਬਸ। ਅੱਛਾ, ਆਪਣੇ ਪੱਠੇ ਦਾ ਪੂਰਾ ਨਾਂ ਕੀ ਹੈ ਜੀ? ਸ਼੍ਰੀ ਗਣੇਸ਼ ਬ੍ਰਿਕਸ ਜੀ। ਤੇ ਕਿਹੜੇ ਪਿੰਡ 'ਚ ਪੈਂਦਾ ਇਹ? ਧੁੱਲਰਾਂ 'ਚ। ਤੇ ਤੁਸੀਂ ਕਿੰਨਾ ਚਿਰ ਤੋਂ ਕੰਮ ਕਰ ਰਹੇ ਹੋ ਇਸ ਦਾ? ਕਿਵੇਂ ਜੀ? ਕਿੰਨਾ ਚਿਰ ਤੋਂ ਇੱਥੇ ਪੱਠੇ ਦਾ ਕੰਮ ਕਰਦੇ ਹੋ? ਪੱਠੇ ਤੋਂ ਸਾਨੂੰ ਹੋ ਗਿਆ 2.5 ਸਾਲ ਹੋ ਗਏ। 2.5 ਸਾਲ ਹੋ। ਹਾਂਜੀ। ਤੇ ਜਿਹੜੀ ਤੁਸੀਂ ਕਹਿੰਦੇ ਹੋ ਸਰਕਾਰ ਤੋਂ ਪਰਮਿਸ਼ਨ ਨਹੀਂ ਮਿਲਦੀ, ਠੀਕ ਹੈ, ਤੇ ਉਹ ਕਿੰਨਾ ਕੁ ਸਮੇਂ 'ਚ ਮਿਲ ਜਾਂਦੀ ਹੈ ਜਿਹੜੀ ਤੁਸੀਂ ਕਹਿੰਦੇ ਮਿਲਦੀ ਨਹੀਂ ਸਾਨੂੰ? ਉਹਦੇ ਬਾਰੇ ਕੋਈ ਆਈਡੀਆ ਨਹੀਂ ਹੈਗਾ ਜੀ ਹਜੇ। ਅੱਛਾ, ਤੁਸੀਂ ਬਿਨਾਂ ਪਰਮਿਸ਼ਨ ਤੋਂ ਚਲਾ ਲੈਂਦੇ ਹੋ ਆਪਣੇ ਰਿਸਕ 'ਤੇ?
ਨਹੀਂ ਰਿਸਕ ਤਾਂ ਨਹੀਂ ਜੀ, ਅਸੀਂ ਰਾਇਲਟੀ ਹੈ ਜੋ ਸਰਕਾਰ ਵੱਲੋਂ ਸਾਨੂੰ ਲਾਈ ਗਈ ਹੈ, ਹਾਂਜੀ ਅਸੀਂ ਉਹ ਭਰ ਰਹੇ ਹਾਂ। ਰਿਓਰਟੀ ਦੇ ਵਿੱਚ ਜਿਹੜੀ ਤੁਸੀਂ ਰਾਇਲਟੀ ਕਹਿ ਰਹੇ ਹੋ ਇਹਦੇ ਵਿੱਚ ਸਰਕਾਰ ਨੂੰ ਤੁਸੀਂ ਪੈਸਾ ਦਿੰਦੇ ਹੋ, ਬਾਕੀ ਜਿਹੜੇ ਜ਼ਿਮੀਂਦਾਰ ਖੇਤ ਆ ਉਹਨੂੰ ਹਾਂਜੀ ਜ਼ਿਮੀਂਦਾਰ ਦੇ ਜਿਹਦੇ ਖੇਤ ਤੁਸੀਂ ਲੈਂਦੇ ਹੋ ਉਹਨੂੰ ਪੈਸੇ ਦਿੰਦੇ ਹੋ, ਉਹਨੂੰ ਦਿੰਦੇ ਹਾਂ ਜੀ, ਉਹਨੂੰ ਕਿਸ ਹਿਸਾਬ ਨਾਲ ਪੈਸੇ ਦਿੰਦੇ ਹੋ ਤੁਸੀਂ? ਉਸ ਨੂੰ ਜੋ ਰੇਟ ਚੱਲਦਾ ਜੀ ਮਿੱਟੀ ਦਾ, ਫਿਰ ਵੀ ਕਿੰਨਾ? ਕੋਈ ਅਲੱਗ-ਅਲੱਗ ਰੇਟ ਹੈ ਜੀ, ਕੋਈ 10,000 ਫਲੈਕਚੁਏਟ ਹੁੰਦੀ ਰਹਿੰਦੀ ਹੈ ਮਾਰਕੀਟ। 10 ਲੱਖ 20 ਲੱਖ 30,000 ਜੋ ਵੀ ਹੈ ਉਹ ਚੱਲਦਾ ਜੀ ਕੋਈ 1.5 ਤੋਂ ਲੈ ਕੇ 2 ਲੱਖ ਰੁਪਏ 2 ਲੱਖ ਰੁਪਏ ਪਰ ਫੁੱਟ। ਫੁੱਟ। ਹਾਂਜੀ ਹਾਂਜੀ। ਤੇ ਤੁਹਾਡਾ ਕੀ ਨਾਮ ਜੀ? ਵਿਵੇਕ ਮਿੱਤਲ ਜੀ। ਵਿਵੇਕ ਮਿੱਤਲ ਜੀ, ਠੀਕ ਹੈ ਬਿਲਕੁਲ। ਇਹ ਤਾਂ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਵਾਸਤੇ ਬਨੇ ਰਹੋ ਕੈਨੇਡੀਅਨ ਮੀਡੀਆ ਦਾ ਟੀਵੀ NRI ਦੇ ਨਾਲ।